ਲੀਡਰ ਲੀਡਰ ਤਾਂ ਹਮੇਸ਼ਾ ਕਲਾਵੇ ਖੁੱਲੇ ਰੱਖਦੇ ਨੇ ਵੀ ਉਹ ਹਰ ਇੱਕ ਬੰਦੇ ਦੇ ਗੱਲ ਲੱਗਦੇ ਨੇ ਉਹ ਵੀ ਆਓ ਸਾਡੇ ਨਾਲ ਜੁੜੋ, ਸਾਡੀ ਤਾਕਤ ਬਣੋ। ਇਹ ਪਹਿਲੀ ਵਾਰ ਮੈਂ ਵੇਖ ਰਿਹਾ ਕਿ ਇਹ ਸਾਡੀਆਂ ਜਥੇਬੰਦੀਆਂ ਜਿਹੜੀਆਂ ਧੱਕ ਰਹੀਆਂ ਨੇ ਲੋਕਾਂ ਨੂੰ, ਪਤਾ ਨਹੀਂ ਇਹਦੇ ਪਿੱਛੇ ਇਹਨਾਂ ਦਾ ਏਜੰਡਾ ਕੀ ਹੈ, ਇਹ ਚਾਹੁੰਦੇ ਕੀ ਨੇ। ਜਿਹੜੇ ਨੌਜਵਾਨਾਂ ਦੀ ਬਦੌਲਤ ਉਹ ਅੱਜ ਉਹਨਾਂ ਦੇ ਮੋਢਿਆਂ 'ਤੇ ਚੜ੍ਹ ਕੇ ਪੰਜਾਬ ਤੋਂ ਉੱਠ ਕੇ ਦਿੱਲੀ ਦੀਆਂ ਸਰਹੱਦਾਂ ਚੱਲ ਗਏ, ਉਹ ਉਹਨਾਂ ਨੌਜਵਾਨਾਂ ਨੂੰ ਆਪਣੇ ਭਰੋਸੇ ਵਿੱਚ ਕਿਉਂ ਨਹੀਂ ਲੈਣਾ ਚਾਹੁੰਦੇ। ਮੇਰੀ ਇਹ ਸੋਚ ਸੀਗੀ ਕਿ ਇਹਨਾਂ ਨੂੰ ਇੱਕ ਪਲੇਟਫਾਰਮ 'ਤੇ ਜਥੇਬੰਦ ਕੀਤਾ ਜਾਵੇ। ਇਹ ਆਪਣੇ ਪਲੇਟਫਾਰਮ 'ਤੇ ਖੜ੍ਹ ਕੇ ਜਦੋਂ ਕੋਈ ਗੱਲ ਕਰਨਗੇ ਤਾਂ ਉਹਨਾਂ ਦੀ ਸੁਣਨਾ ਮਜਬੂਰੀ ਹੋ ਜਾਏ। ਪਰ ਉਹ ਜਿਸ ਤਰ੍ਹਾਂ ਨਾਲ ਧੱਕਦੇ ਨੇ ਨੌਜਵਾਨਾਂ ਨੂੰ, ਜਿਸ ਤਰ੍ਹਾਂ ਨੌਜਵਾਨਾਂ ਨੂੰ ਜਲੀਲ ਕਰਦੇ ਨੇ ਔਰ ਜਿਸ ਤਰ੍ਹਾਂ ਵੰਗਾਰਦੇ ਨੇ ਵੀ ਜਿਨ੍ਹਾਂ ਦਾ ਲਹੂ ਜ਼ਿਆਦਾ ਗਰਮ ਹੈ ਨਾ ਉਹ ਆਪ ਕਰਕੇ ਵੇਖ ਲੈਣ, ਫਿਰ ਇਹ ਸਾਰੀਆਂ ਵੰਗਾਰਾਂ ਫਿਰ ਨੌਜਵਾਨਾਂ ਨੂੰ ਕਬੂਲ ਕਰ ਲੈਣੀਆਂ ਚਾਹੀਦੀਆਂ, ਇਹ ਮੇਰਾ ਮੰਨਣਾ। ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ, ਇਸ ਤਰ੍ਹਾਂ ਇਗਨੋਰ ਕੀਤਾ ਗਿਆ ਔਰ ਇਸ ਤਰ੍ਹਾਂ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਕਿ ਆਮ ਨਾਲ ਉਹਨਾਂ ਦਾ ਕਿਹੋ ਜਿਹਾ ਵਿਵਹਾਰ ਹੋਵੇਗਾ ਮੈਨੂੰ ਤਾਂ ਸਮਝ ਆਉਂਦੀ ਹੈ ਨਾ। ਕਹਿੰਦੇ ਨੇ ਵੱਡੇ ਸੰਘਰਸ਼ ਜਿਹੜੇ ਨੇ ਉਹ ਸਮਾਜ ਦੇ ਵਿੱਚ ਅਤੇ ਉਸ ਖਿੱਤੇ ਦੀ ਰਾਜਨੀਤੀ ਦੇ ਵਿੱਚ ਵੀ ਵੱਡੇ ਬਦਲਾਅ ਲੈ ਕੇ ਆਉਂਦੇ ਨੇ। ਕਿਸਾਨੀ ਸੰਘਰਸ਼ ਦੀ ਜੇਕਰ ਗੱਲ ਕਰੀਏ ਤਾਂ 7 ਮਹੀਨੇ ਦੇ ਕਰੀਬ ਦਿੱਲੀ ਦੇ ਸਰਹੱਦਾਂ ਤੇ ਕਿਸਾਨੀ ਸੰਘਰਸ਼ ਨੂੰ ਹੋ ਚੁੱਕਿਆ ਤੇ ਇਸ ਸਮੇਂ ਦੌਰਾਨ ਬਹੁਤ ਸਾਰੇ ਬਦਲਾਅ, ਬਹੁਤ ਸਾਰੇ ਉਤਰਾਅ ਚੜਾਅ ਪੰਜਾਬ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਅਤੇ ਸਮਾਜਿਕ ਪੱਧਰ ਤੇ ਦੇਖਣ ਨੂੰ ਮਿਲੇ ਨੇ। ਅੱਜ ਚੰਡੀਗੜ੍ਹ ਦੇ ਵਿੱਚ ਬਾਪੂ ਹਰਦੀਪ ਸਿੰਘ ਡਿਬਡਵਾ ਜੀ ਵੱਲੋਂ ਇੱਕ ਨਵੀਂ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ ਅਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਜਥੇਬੰਦੀ ਲਾਮਬੰਦੀ ਕਰੇਗੀ ਨੌਜਵਾਨਾਂ ਦੀ, ਖਾਸ ਕਰਕੇ ਨੌਜਵਾਨ ਦੀ ਜੋ ਸ਼ਮੂਲੀਅਤ ਕਿਸਾਨੀ ਮੋਰਚੇ ਦੇ ਵਿੱਚ ਕਰਦੀ ਜਾ ਰਹੀ ਉਸ ਨੂੰ ਵਧਾਉਣ ਦੇ ਲਈ ਇਹ ਜਿਹੜੀ ਜਥੇਬੰਦੀ ਕਾਰਜ ਕਰੇਗੀ। ਇਸ ਬਾਰੇ ਗੱਲਬਾਤ ਕਰਨ ਦੇ ਲਈ ਅਤੇ ਖਾਸ ਜੋ ਸਵਾਲ ਹੈ ਕਿ ਇਸ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ ਕਿ ਇੱਕ ਨਵੀਂ ਜਥੇਬੰਦੀ ਦਾ ਗਠਨ ਹੋਣਾ ਚਾਹੀਦਾ ਹੈ, ਉਸ ਸਵਾਲ ਦਾ ਜਵਾਬ ਜਾਣਨ ਲਈ ਸਾਡੇ ਨਾਲ ਮੌਜੂਦ ਨੇ ਬਾਪੂ ਹਰਦੀਪ ਸਿੰਘ ਡਿਬਡਵਾ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਅੱਜ ਨਵੀਂ ਜਥੇਬੰਦੀ ਦਾ ਗਠਨ ਕੀਤਾ ਹੈ, ਪਹਿਲਾ ਸਵਾਲ ਤਾਂ ਇਹੀ ਉੱਠਦਾ ਹੈ ਕਿ ਪਹਿਲਾਂ ਪੰਜਾਬ ਦੀਆਂ 32 ਜਥੇਬੰਦੀਆਂ ਨੇ, ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਹੈ, ਇਹ ਜੀ ਕੀ ਕਮੀ ਉਹਨਾਂ ਦੇ ਵਿੱਚ ਕੀ ਰਹਿ ਗਈ ਜਿਹੜੀ ਤੁਹਾਨੂੰ ਇੱਕ ਨਵੀਂ ਜ਼ਰੂਰਤ ਲੱਗੀ ਕਿ ਇੱਕ ਜਥੇਬੰਦੀ ਦਾ ਗਠਨ ਖਾਸ ਤੌਰ ਤੇ ਕੀਤਾ ਜਾਵੇ ਜਿਹੜੀ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਲੈ ਕੇ ਕਾਰਜ ਕਰੇ। ਤੁਸੀਂ ਸਾਰੇ ਜਾਣਦੇ ਹੋ ਮੈਂ ਬਹੁਤ ਯਤਨ ਕੀਤਾ 26 ਜਨਵਰੀ ਤੋਂ ਬਾਅਦ ਕਿ ਸਾਰੇ ਜਥੇਬੰਦੀਆਂ ਦੇ ਨਾਲ, ਬਜ਼ੁਰਗਾਂ ਦੇ ਨਾਲ ਨੌਜਵਾਨਾਂ ਦਾ ਤਾਲਮੇਲ ਬਿਠਾਇਆ ਜਾਵੇ। ਫਿਰ ਨੌਜਵਾਨਾਂ ਦੇ ਵਿੱਚੋਂ ਛੋਟੀਆਂ ਜਥੇਬੰਦੀਆਂ 5-7 ਨੂੰ ਲੈ ਕੇ ਵੀ ਬਣਾਈਆਂ ਗਈਆਂ, ਪਰ ਜਿਹੜੀ ਗੱਲ ਮੈਂ ਚਾਹੁੰਦਾ ਸੀ ਉਹ ਬਣੀ। ਨੌਜਵਾਨ ਸੰਤੁਸ਼ਟ ਨਹੀਂ ਹੋਇਆ ਜਥੇਬੰਦੀਆਂ ਦੇ ਆਗੂਆਂ ਦੇ ਵਿਹਾਰ ਨਾਲ ਔਰ ਜਿਹੜੀ ਆਖਰੀ ਜਿਹੜਾ ਇਹਨਾਂ ਉੱਤੇ ਜਿਹੜੀ ਸੱਟ ਵੱਜੀ ਹੈ ਨੌਜਵਾਨਾਂ ਦੇ ਉੱਤੇ, ਉਹ ਇਹਨਾਂ ਵੱਲੋਂ ਇੱਕ ਜਿਹੜੀ ਕਾਲ ਦਿੱਤੀ ਗਈ ਸੀ ਜਥੇਬੰਦੀਆਂ ਵੱਲੋਂ ਸੰਸਦ ਘੇਰਨ ਦੀ, ਔਰ ਇਹਨਾਂ ਨੇ 1 ਤਰੀਕ ਨੂੰ ਕਾਲ ਦਿੱਤੀ ਔਰ 17 ਅਪ੍ਰੈਲ ਨੂੰ ਕਾਲ ਵਾਪਸ ਲੈ। ਅਤੇ ਨੌਜਵਾਨ ਜਿਹੜੀ ਜਥੇਬੰਦੀ ਬਣਾਈ ਸੀ ਉਹਨਾਂ ਨੇ ਜਾ ਕੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਦੱਸਿਆ ਜਾਵੇ ਵੀ ਇਹ ਜਿਹੜੀ ਕਾਲ ਦਿੱਤੀ ਸੀਗੀ ਸੰਸਦ ਘੇਰਨ ਦੀ ਇਹ ਵਾਪਸ ਕਿਉਂ ਲਈ ਗਈ, ਇਹਦਾ ਕੀ ਕਾਰਨ। ਅਤੇ ਜਿਸ ਤਰ੍ਹਾਂ ਦਾ ਵਿਹਾਰ ਅੱਗੋਂ ਜਥੇਬੰਦੀਆਂ ਵੱਲੋਂ ਕੀਤਾ ਗਿਆ ਵੀ ਇਹਨਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ, ਇਹਨਾਂ ਦੀ ਗੱਲ ਨਹੀਂ ਸੁਣੀ ਗਈ। ਇਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਵੀ ਮੀਟਿੰਗ ਵਿੱਚ ਸਾਡੇ 5 ਬੰਦਿਆਂ ਨੂੰ ਅੰਦਰ ਆਉਣ ਦਿੱਤਾ ਜਾਵੇ ਜਿਹੜੇ ਅਸੀਂ ਆਪਣੀ ਗੱਲ ਰੱਖਣਾ ਚਾਹੁੰਦੇ। ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਜਦੋਂ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ, ਜਦੋਂ ਜਥੇਬੰਦੀਆਂ ਵਾਲੇ ਉੱਠ ਕੇ ਬਾਹਰ ਜਾਣ ਲੱਗੇ, ਇਹਨਾਂ ਨੇ ਫਿਰ ਬਾਹਰ ਜਥੇਬੰਦੀਆਂ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਸਾਨੂੰ ਦੱਸੋ ਤਾਂ ਸਹੀ ਵੀ ਉਹਦੀ ਵਜ੍ਹਾ ਕੀ ਹੈ, ਵੀ ਜਿਹੜੀ ਤੁਸੀਂ ਕਾਲ 1 ਅਪ੍ਰੈਲ ਨੂੰ ਦਿੱਤੀ 17 ਅਪ੍ਰੈਲ ਨੂੰ ਰੱਦ ਕਿਉਂ ਕੀਤੀ। ਅਤੇ ਇਹਨਾਂ ਨੂੰ ਬਜਾਏ ਜਵਾਬ ਦੇਣ 'ਤੇ ਇਹਨਾਂ ਨਾਲ ਮਿਸਬਿਹੇਵ ਕੀਤਾ ਗਿਆ ਔਰ ਅਗਲੇ ਦਿਨ ਉਗਰਾਹਾਂ ਸਾਹਿਬ ਦਾ 40 ਮਿੰਟ ਦਾ ਜਿਹੜਾ ਆਪਣੀ ਸਟੇਜ ਤੋਂ ਜੋ ਕੁਛ ਉਹਨਾਂ ਨੇ ਬੋਲਿਆ ਗਿਆ ਉਹ ਬਿਲਕੁਲ ਡਰਾ ਦੇਣ ਵਾਲਾ ਸੀ। ਇੰਝ ਲੱਗਦਾ ਸੀ ਜਿਵੇਂ ਮਤਲਬ ਇੱਕ ਤਰ੍ਹਾਂ ਦਾ ਸਾਹਮਣੇ ਝੜਪ ਕਰਾਉਣ ਵਾਸਤੇ ਇੱਕ ਪ੍ਰੀ ਪਲੈਨਡ ਜਿਹੜਾ ਸੀਗਾ ਉਹਨਾਂ ਦਾ ਉਹ ਜਿਹੜਾ ਸੀਗਾ ਭਾਸ਼ਣ ਸੀ। ਉਸ ਤੋਂ ਬਾਅਦ ਨੌਜਵਾਨਾਂ ਵਿੱਚ ਵੀ ਬਹੁਤ ਤਲਖੀ ਸੀ, ਉਹਨਾਂ ਨੇ ਜਵਾਬ ਵੀ ਦਿੱਤੇ ਉਗਰਾਹਾਂ ਸਾਹਿਬ ਨੂੰ। ਮੈਂ ਵੀ ਉਗਰਾਹਾਂ ਸਾਹਿਬ 'ਤੇ ਸਵਾਲ ਖੜੇ ਕੀਤੇ, ਮੇਰੀ ਵੀ ਵੀਡੀਓ ਪਈ ਔਰ ਮੈਂ ਆਪਣੀ ਜਥੇਬੰਦੀਆਂ ਨੂੰ ਵੀ ਸਵਾਲ ਕੀਤਾ ਵੀ ਇਸ ਤਰ੍ਹਾਂ ਜੇ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਕਰੋਗੇ ਤੇ ਅੱਜ ਉਗਰਾਹਾਂ ਬੋਲਿਆ ਕੱਲ੍ਹ ਨੂੰ ਕੋਈ ਦੂਸਰਾ ਬੋਲੇਗਾ, ਤੁਹਾਡੇ ਜਾਬਤਾ ਇਹਦਾ ਮਤਲਬ ਨਹੀਂ ਹੈਗਾ ਜਥੇਬੰਦੀਆਂ ਦਾ। ਤੁਸੀਂ ਗੱਲ ਕੀਤੀ ਕਿ ਤੁਸੀਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਨੌਜਵਾਨਾਂ ਨੂੰ ਇਕੱਠਾ ਕੀਤਾ ਜਾਵੇ, ਜਥੇਬੰਦੀਆਂ ਤੇ ਨੌਜਵਾਨਾਂ ਦੇ ਵਿਚਕਾਰ ਤਾਲਮੇਲ ਬਿਠਾਇਆ ਜਾਵੇ, ਪਰ ਇਹ ਜਿਹਾ ਕੀ ਲੱਗਦਾ ਕਿ ਜਥੇਬੰਦੀਆਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ ਨੌਜਵਾਨਾਂ ਦੇ ਪ੍ਰਤੀ, ਖਾਸ ਤੌਰ ਤੇ ਕਿਉਂਕਿ ਮੰਗ ਪਿਛਲੇ ਸਮੇਂ 'ਚ ਉੱਠਦੀ ਰਹੀ ਹੈ ਕਿ ਨੌਜਵਾਨਾਂ ਦੀ ਅਲੱਗ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਇੱਕ ਬਕਾਇਦਾ ਤੌਰ ਤੇ ਉਹਨਾਂ ਦੇ ਨਾਲ ਕੰਮ ਕਰੇ, ਮੀਟਿੰਗਾਂ ਦੇ ਵਿੱਚ ਸ਼ਾਮਿਲ ਹੋਵੇ। ਇਸ ਬਾਰੇ ਰਵੱਈਆ ਸੰਯੁਕਤ ਕਿਸਾਨ ਮੋਰਚੇ ਦਾ ਕੀ ਲੱਗਦਾ ਕਿ ਬਦਲ ਕਿਉਂ ਨਹੀਂ ਰਿਹਾ, ਕਿਉਂਕਿ ਜੋ ਇਹ ਮੋਰਚਾ ਹੈ ਉਹ ਖਾਸ ਤੌਰ ਤੇ ਸਾਰੇ ਪੰਜਾਬ ਦੇ ਖਿੱਤੇ ਲਈ ਹੈ।
ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ ਉਹ ਕੀ ਲੁਕਾਉਣਾ ਚਾਹੁੰਦੇ ਆ ਨੌਜਵਾਨਾਂ ਤੋਂ। ਐਸਾ ਕੀ ਹੈ ਅੰਦਰ ਗੁਪਤ ਜਿਹੜਾ ਉਹ ਨੌਜਵਾਨਾਂ ਨੂੰ ਨਹੀਂ ਦੱਸਣਾ ਚਾਹੁੰਦੇ। ਇਹ ਨੌਜਵਾਨਾਂ ਦੀ ਬਦੌਲਤ ਉਹ ਅੱਜ ਉਹਨਾਂ ਦੇ ਮੋਢਿਆਂ ਤੇ ਚੜ੍ਹ ਕੇ ਪੰਜਾਬ ਤੋਂ ਉੱਠ ਕੇ ਦਿੱਲੀ ਦੀਆਂ ਸਰਹੱਦਾਂ ਚੱਲ ਗਏ। ਉਹ ਉਹਨਾਂ ਨੌਜਵਾਨਾਂ ਨੂੰ ਆਪਣੇ ਭਰੋਸੇ ਵਿੱਚ ਕਿਉਂ ਨਹੀਂ ਲੈਣਾ ਚਾਹੁੰਦੇ? ਕਿਉਂ ਉਹਨਾਂ ਨੂੰ ਨਹੀਂ ਦੱਸਣਾ ਚਾਹੁੰਦੇ ਕਿ ਸਾਡੀ ਸਰਕਾਰ ਨਾਲ ਕੀ ਗੱਲ ਚੱਲਦੀ ਆ? ਕਿਉਂ ਉਹਨਾਂ ਨੂੰ ਨਹੀਂ ਦੱਸਣਾ ਚਾਹੁੰਦੇ ਕਿ ਅਸੀਂ ਸਾਡਾ ਜਿਹੜਾ ਹੈਗਾ ਜਿਹੜਾ ਪ੍ਰੋਗਰਾਮ ਆ ਕਿਸ ਸਟੇਜ ਤੇ ਚੱਲ ਰਿਹਾ? ਕਿਉਂ ਸ਼ੇਅਰ ਨਹੀਂ ਕਰਨਾ ਚਾਹੁੰਦੇ? ਜਿਹੜਾ ਨੌਜਵਾਨਾਂ ਦਾ ਭਰੋਸਾ ਉਹਨਾਂ ਨੇ ਤੋੜਿਆ ਨਾ, ਉਹਦੇ ਵਿੱਚ ਜਿਹੜੀ ਨਿਰਾਸ਼ਤਾ ਆਈ ਉਸੇ ਦੀ ਵਜ੍ਹਾ ਕਰਕੇ ਉੱਥੇ ਖੜੋਤ ਆ ਮੋਰਚਾ। ਉਸ ਖੜੋਤ ਨੂੰ ਤੋੜਨਾ ਹੈ ਤੇ ਠੀਕ ਹੈ। ਜੇ ਉਹਨਾਂ ਦੀ ਇਹ ਉਵੇਂ ਗੱਲ ਨਹੀਂ ਸੁਣਦੇ ਤੇ ਇਹਨਾਂ ਲਈ ਮੈਂ ਫਿਰ ਮੇਰੀ ਇਹ ਸੋਚ ਸੀਗੀ ਕਿ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਜਥੇਬੰਦ ਕੀਤਾ ਜਾਵੇ। ਇਹ ਆਪਣੇ ਪਲੇਟਫਾਰਮ ਤੇ ਖੜ ਕੇ ਜਦੋਂ ਕੋਈ ਗੱਲ ਕਰਨਗੇ ਤੇ ਉਹਨਾਂ ਦੀ ਸੁਣਨਾ ਮਜਬੂਰੀ ਹੋ ਜਾਏਗੀ। ਇਸ ਕਰਕੇ ਇਹ ਤੁਸੀਂ ਅੱਜ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਦਾ ਗਠਨ ਕੀਤਾ ਹੈ। ਕੀ ਲੱਗਦਾ ਹੈ ਵੀ ਜੇਕਰ ਉਂਝ ਉਹ ਨੌਜਵਾਨਾਂ ਦੀ ਗੱਲਬਾਤ ਜੇਕਰ ਨਹੀਂ ਸੁਣ ਰਹੇ ਜਥੇਬੰਦੀਆਂ, ਤਾਂ ਜੇਕਰ ਇੱਕ ਪਲੇਟਫਾਰਮ ਤੇ ਹੁਣ ਇਕੱਠੇ ਹੋ ਜਾਂਦੇ ਨੇ, ਤੁਸੀਂ ਦੋ ਗੱਲਾਂ ਕੀਤੀਆਂ ਨੇ। ਇੱਕ ਤਾਂ ਤੁਸੀਂ ਆਖਿਆ ਕਿ ਤੁਸੀਂ ਮੋਰਚੇ ਦੇ ਨਾਲ ਚੱਲੋਗੇ, ਉਹਨਾਂ ਦੇ ਨਾਲ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵੋਗੇ। ਦੂਸਰੀ ਗੱਲ ਤੁਸੀਂ ਇਹ ਕੀਤੀ ਹੈ ਕਿ ਉਹ ਨੌਜਵਾਨ ਨਾਲ ਨਹੀਂ ਲੈ ਕੇ ਚੱਲ ਰਹੇ, ਉਸ ਦੇ ਲਈ ਇਹ ਜਥੇਬੰਦੀ ਦਾ ਗਠਨ ਕੀਤਾ ਗਿਆ। ਇਹ ਦੋ ਸਵਾਲ ਆਪਸ ਦੇ ਵਿੱਚ ਟਕਰਾਉਂਦੇ ਨੇ। ਫਿਰ ਹੁਣ ਜੇ ਜਥੇਬੰਦੀਆਂ ਨਾਲ ਤੁਸੀਂ ਪਹਿਲਾਂ ਵੀ ਇਹੀ ਕੋਸ਼ਿਸ਼ ਸੀ ਵੀ ਉਹਨਾਂ ਦੇ ਨਾਲ ਚੱਲਿਆ ਜਾਵੇ, ਪਰ ਉਹ ਜਿਸ ਤਰ੍ਹਾਂ ਨਾਲ ਧੱਕਦੇ ਨੇ ਨੌਜਵਾਨਾਂ ਨੂੰ, ਜਿਸ ਤਰ੍ਹਾਂ ਨੌਜਵਾਨਾਂ ਨੂੰ ਜਲੀਲ ਕਰਦੇ ਨੇ ਔਰ ਜਿਸ ਤਰ੍ਹਾਂ ਵੰਗਾਰਦੇ ਨੇ ਵੀ ਜਿਨ੍ਹਾਂ ਦਾ ਲਹੂ ਜ਼ਿਆਦਾ ਗਰਮ ਹੈ ਨਾ ਉਹ ਆਪ ਕਰਕੇ ਵੇਖ ਲੈਣ। ਫਿਰ ਇਹ ਸਾਰੀਆਂ ਵੰਗਾਰਾਂ ਫਿਰ ਨੌਜਵਾਨਾਂ ਨੂੰ ਕਬੂਲ ਕਰ ਲੈਣੀਆਂ ਚਾਹੀਦੀਆਂ, ਇਹ ਮੇਰਾ ਮੰਨਣਾ ਹੈ। ਠੀਕ ਹੈ। ਔਰ ਉਹ ਕਬੂਲ ਤਾਂ ਕਰ ਸਕਦੇ ਆ ਜੋ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਪਲੇਟਫਾਰਮ ਤੇ ਖੜੇ ਹੋਣਗੇ। ਤਾਂ ਪਹਿਲੀ ਕੋਸ਼ਿਸ਼ ਸਾਡੀ ਇਹ ਹੈ ਕਿ ਉਹਨਾਂ ਨਾਲ ਤਾਲਮੇਲ ਬਿਠਾ ਕੇ ਉਹਨਾਂ ਦੇ ਪਿੱਛੇ ਖੜਾ ਹੋ ਕੇ ਉਹਨਾਂ ਨੂੰ ਤਾਕਤ ਦੇਣਾ, ਤੇ ਜੇ ਇਸ ਤੋਂ ਬਾਅਦ ਉਹ ਇਸ ਤਾਕਤ ਨੂੰ ਨੌਜਵਾਨਾਂ ਦੀ ਨੂੰ ਨਹੀਂ ਸਵੀਕਾਰਦੇ, ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਨਾਂ ਨੂੰ ਵੰਗਾਰਦੇ ਨੇ, ਫਿਰ ਨੌਜਵਾਨ ਫੈਸਲਾ ਕਰਨਗੇ। ਫੈਸਲਾ ਕਰਨ ਲਈ ਉਹਨਾਂ ਕੋਲ ਇੱਕ ਜਥੇਬੰਦੀ ਹੈ, ਇੱਕ ਸੰਗਠਨ ਆ, ਇੱਕ ਪਲੇਟਫਾਰਮ ਆ। ਆਪਣੇ ਪਲੇਟਫਾਰਮ ਤੇ ਖੜ ਕੇ ਜੋ ਫੈਸਲਾ ਉਹਨਾਂ ਨੂੰ ਠੀਕ ਲੱਗਿਆ ਕਰ ਲੈਣਗੇ। ਤੁਸੀਂ ਹੁਣ ਕਿਸਾਨ ਜਥੇਬੰਦੀਆਂ ਦੇ ਨਾਲ ਜਾ ਕੇ ਕੋਈ ਗੱਲਬਾਤ ਕਰੋਗੇ ਕਿ ਤੁਸੀਂ ਇੱਕ ਜਥੇਬੰਦੀ ਦਾ ਗਠਨ ਕੀਤਾ ਹੈ? ਤੁਸੀਂ ਹੈਰਾਨ ਹੋਵੋਗੇ 26 ਜਨਵਰੀ ਤੋਂ ਬਾਅਦ ਮੈਂ ਲਗਾਤਾਰ ਇਹ ਕੋਸ਼ਿਸ਼ ਕਰਦਾ ਰਿਹਾ ਕਿ ਮੈਂ ਇਸ ਜਥੇਬੰਦੀਆਂ ਨਾਲ ਸਾਰਿਆਂ ਨਾਲ ਸਾਂਝੇ ਤੌਰ ਤੇ ਬੈਠ ਕੇ ਗੱਲਬਾਤ ਕਰ ਸਕਾਂ। ਮੈਂ 32 ਜਥੇਬੰਦੀਆਂ ਦੇ ਆਗੂਆਂ ਨੂੰ ਨਹੀਂ ਜਾਣਦਾ ਬਾਈ ਫੇਸ ਵੀ ਉਹ 32 ਕੌਣ ਨੇ ਅਜੇ ਤੱਕ। ਜਿਸ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ, ਇਸ ਤਰ੍ਹਾਂ ਇਗਨੋਰ ਕੀਤਾ ਗਿਆ ਔਰ ਇਸ ਤਰ੍ਹਾਂ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੇ ਆਮ ਨਾਲ ਉਹਨਾਂ ਦਾ ਕਿਹੋ ਜਿਹਾ ਵਿਵਹਾਰ ਹੋਏਗਾ ਮੈਨੂੰ ਤਾਂ ਸਮਝ ਆਉਂਦੀ ਹੈ ਨਾ। ਜੇ ਆਮ ਲੋਕਾਂ ਨੂੰ ਨਾ ਸਮਝ ਆਉਂਦੀ ਹੋਵੇ ਮੈਨੂੰ ਤਾਂ ਆਉਂਦੀ ਹੈ ਨਾ, ਵੀ ਉਹਨਾਂ ਦੇ ਵਿੱਚ ਕਿੱਡੀ ਵੱਡੀ ਈਗੋ ਪ੍ਰੋਬਲਮ ਆ, ਕਿੱਡੇ ਵੱਡੇ ਉਹ ਆਪਣੇ ਆਪ ਨੂੰ ਉਹ ਪਤਾ ਨਹੀਂ ਕੀ ਸਮਝ ਬੈਠੇ ਨੇ। ਮੈਂ ਤਾਂ ਸਰਕਾਰਾਂ ਦੇ ਵਿਹਾਰ 'ਤੇ ਵੇਖੇ ਨੇ। ਸਰਕਾਰਾਂ ਤੇ ਉਹ ਕਿਉਂਕਿ ਉਹ ਸਰਕਾਰ ਬਣ ਜਾਂਦੇ ਨੇ ਤੇ ਉਹਨਾਂ ਦੇ ਅੰਦਰ ਤੇ ਈਗੋ ਆ ਜਾਂਦੀ ਨੇ। ਇੱਕ ਸੰਘਰਸ਼ ਲੜ ਰਹੀਆਂ ਜਥੇਬੰਦੀਆਂ ਜਿਹੜੀਆਂ ਲੋਕਾਂ ਦੇ ਸਹਿਯੋਗ ਨਾਲ ਲੜ ਰਹੀਆਂ, ਉਹਨਾਂ ਜਥੇਬੰਦੀਆਂ ਦੀ ਅਗਵਾਈ ਕਰਨ ਵਾਲਿਆਂ ਦੀ ਇਹੋ ਜਿਹੀ ਈਗੋ ਹੋਵੇ। ਬੜੇ ਸੰਘਰਸ਼ ਵੇਖੇ ਨੇ, ਜਰਨੈਲ ਸਿੰਘ ਵਾਲਾ ਸੰਘਰਸ਼ ਵੇਖਿਆ, ਉਸ ਤੋਂ ਬਾਅਦ ਦੇ ਸੰਘਰਸ਼ ਵੇਖੇ ਨੇ। ਲੀਡਰ ਤਾਂ ਹਮੇਸ਼ਾ ਕਲਾਵੇ ਖੁੱਲ੍ਹੇ ਰੱਖਦੇ ਨੇ ਵੀ ਉਹ ਹਰ ਇੱਕ ਬੰਦੇ ਦੇ ਗਲ ਲੱਗਦੇ ਨੇ, ਉਹ ਵੀ ਆਓ ਸਾਡੇ ਨਾਲ ਜੁੜੋ, ਸਾਡੀ ਤਾਕਤ ਬਣੋ। ਇਹ ਪਹਿਲੀ ਵਾਰ ਮੈਂ ਵੇਖ ਰਿਹਾ ਕਿ ਇਹ ਸਾਡੀਆਂ ਜਥੇਬੰਦੀਆਂ ਜਿਹੜੀਆਂ ਧੱਕ ਰਹੀਆਂ ਨੇ ਲੋਕਾਂ ਨੂੰ, ਪਤਾ ਨਹੀਂ ਇਹਦੇ ਪਿੱਛੇ ਇਹਨਾਂ ਦਾ ਏਜੰਡਾ ਕੀ ਹੈ, ਇਹ ਚਾਹੁੰਦੇ ਕੀ ਨੇ। ਜਿਵੇਂ ਤੁਸੀਂ ਗੱਲ ਕੀਤੀ ਹੈ ਖਾਸ ਤੌਰ ਤੇ ਨੌਜਵਾਨਾਂ ਦੇ ਵਿੱਚ ਲੱਖਾ ਸਧਾਣਾ, ਦੀਪ ਸਿੱਧੂ ਜਿਹੜੇ ਮੁੱਖ ਚਿਹਰੇ ਇਸ ਸਮੇਂ ਬਣੇ ਹੋਏ ਨੇ, ਉਹਨਾਂ ਦੇ ਨਾਲ ਵੀ ਜਿਹੜੀ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਤਕਰਾਰ ਦੀ ਸਥਿਤੀ ਬਣੀ ਰਹਿੰਦੀ ਹੈ। ਹੁਣ ਜੇਕਰ ਤੁਸੀਂ ਨੌਜਵਾਨਾਂ ਦੇ ਲਾਮਬੰਦੀ ਦੀ ਗੱਲ ਕੀਤੀ ਹੈ ਤਾਂ ਕੀ ਲੱਖਾ ਸਧਾਣਾ, ਦੀਪ ਸਿੱਧੂ ਨੂੰ ਆਪਣੀ ਜਥੇਬੰਦੀ ਦੇ ਵਿੱਚ ਸ਼ਾਮਲ ਕਰਨ ਦੇ ਯਤਨ ਕੀਤੇ ਜਾਣਗੇ? ਅਸੀਂ ਕਿਸੇ ਨੂੰ ਵਿਸ਼ੇਸ਼ ਤੌਰ ਤੇ ਨਾ ਤਾਂ ਸੱਦਾ ਦਿੱਤਾ ਹੈ ਤੇ ਨਾ ਆਇਆਂ ਨੂੰ ਅਸੀਂ ਕਿਸੇ ਨੂੰ ਮਨਾ ਕਰਨਾ। ਇਹ ਇੱਕ ਪਲੇਟਫਾਰਮ ਆ, ਜਿਹੜਾ ਵੀ ਪੰਜਾਬ ਨੂੰ ਬਚਾਉਣ ਵਾਸਤੇ, ਜਿਹੜਾ ਵੀ ਇਸ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਆਉਂਦਾ, ਜੀ ਆਇਆਂ ਨੂੰ ਆਉਣ। ਉਹਨਾਂ ਦੀ ਜ਼ਿੰਮੇਵਾਰੀ ਹੈ, ਰਲ ਕੇ ਲੜਾਂਗੇ ਸਾਰੇ। ਆਖਰੀ ਸਵਾਲ ਹੈ, ਤੁਸੀਂ ਲੋਕ ਅਧਿਕਾਰ ਲਹਿਰ ਦੀ ਵੀ ਜਿਹੜੀ ਆ ਉਹਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ। 2022 ਦੀਆਂ ਵਿਧਾਨ ਸਭਾ ਦੀ ਚੋਣਾਂ ਦੀ ਤੁਸੀਂ ਗੱਲ ਕੀਤੀ ਹੈ। ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜੋ ਇਸ ਤਰ੍ਹਾਂ ਦੀ ਸਿਆਸਤ ਦੇ ਵਿੱਚ ਵੀ ਬਦਲਾਅ ਆ ਰਹੇ ਨੇ ਇਸ ਮੋਰਚੇ ਦੇ ਕਰਕੇ, ਕਿਉਂਕਿ ਸੰਘਰਸ਼ ਜਿਹੜੇ ਨੇ ਉਹ ਬਦਲਾਅ ਲਿਆਉਂਦੇ ਨੇ। ਹੁਣ ਤੁਸੀਂ ਇੱਕ ਨਵੀਂ ਜਥੇਬੰਦੀ ਦਾ ਗਠਨ ਕੀਤਾ ਹੈ, ਪੰਜਾਬ ਦੀ ਦਸ਼ਾ ਨੂੰ ਕਿਵੇਂ ਦੇਖਦੇ ਹੋ? ਕਿੱਧਰਲੇ ਪਾਸੇ ਨੂੰ ਮੋਰਚੇ ਦੇ ਕਰਕੇ, ਮੋਰਚੇ ਦੀ ਜਿਹੜੀ ਪ੍ਰਭਾਵ ਦੇ ਕਰਕੇ ਜਿਹੜਾ ਪੰਜਾਬ ਕਿੱਧਰਲੇ ਪਾਸੇ ਨੂੰ ਜਾ ਰਿਹਾ? ਮੇਰੀ ਪਹਿਲੀ ਪ੍ਰਾਥਮਿਕਤਾ ਮੋਰਚੇ ਨੂੰ ਜਿੱਤਣਾ ਹੈ। ਉਹਦੀ ਕਮਜ਼ੋਰੀ ਨੂੰ ਮੈਂ ਕਿਵੇਂ ਦੂਰ ਕਰ ਸਕਦਾ? ਮੈਂ ਉਹਨੂੰ ਸਮਝਦਿਆਂ ਹੋਇਆ ਜਥੇਬੰਦੀ ਬਣਾਈ ਹੈ ਜਿਹੜੀ ਇੰਡੀਪੈਂਡੈਂਟ ਹੈ, ਆਜ਼ਾਦ ਹੈ। ਨੌਜਵਾਨਾਂ ਨੇ ਆਪਣੇ ਫੈਸਲੇ ਆਪ ਕਰਨੇ। ਕਿਤੇ ਕੋਈ ਗੱਲ ਹੋਏਗੀ, ਬਾਪੂ ਦੀ ਸਲਾਹ ਲੈਣੀ ਹੋਏਗੀ ਤੇ ਲੈ ਲੈਣਗੇ। ਇਹਨਾਂ ਦਾ ਸਿਰਫ ਇੱਕੋ ਕੰਮ ਇਹਨਾਂ ਦਾ ਮੋਰਚੇ ਨੂੰ ਮਜ਼ਬੂਤ ਕਰਨਾ ਔਰ ਇਹਨੂੰ ਜਿੱਤ ਤੱਕ ਲੈ ਕੇ ਜਾਣਾ। ਜਿੱਥੋਂ ਤੱਕ ਦੂਸਰੀ ਲਹਿਰ ਦਾ ਸਵਾਲ ਹੈ, ਉਹ ਪੋਲੀਟੀਕਲ ਜਥੇਬੰਦੀ ਹੈ ਸਾਡੀ। ਉਹ ਵੀ ਇੱਕ ਸਾਡੀ ਲੋੜ ਹੈ ਪੰਜਾਬ ਦੀ, ਕਿਉਂਕਿ 2022 ਦੀਆਂ ਚੋਣਾਂ ਆ ਰਹੀਆਂ ਔਰ ਸਾਡੀ ਜਿਹੜੀ ਸਾਡੇ ਸੰਘਰਸ਼ ਦੇ ਵਿੱਚੋਂ ਜਿਹੜੀ ਨਿਕਲ ਕੇ ਆਉਣੀ ਸੀ ਲੀਡਰਸ਼ਿਪ, ਬਦਕਿਸਮਤੀ ਨਾਲ ਨਿਕਲ ਕੇ ਨਹੀਂ ਆਈ। ਇਹ ਵੀ ਇੱਕ ਵੈਕਿਊਮ ਪਿਆ ਸੀਗਾ। ਮੈਂ ਇਸ ਵੈਕਿਊਮ ਵਿੱਚ ਵੀ ਕੰਮ ਕਰ ਰਿਹਾ।
ਵੀ ਇਸ ਵੈਕਿਊਮ ਨੂੰ ਵੀ ਜਿਹੜਾ ਇਸ ਤਰ੍ਹਾਂ ਨਾ ਛੱਡਿਆ ਜਾਵੇ ਤਾਂ ਕਿ ਕੋਈ ਜਿਹੜੇ ਪੰਜਾਬ ਨੂੰ ਸਿਰਫ ਲੁੱਟਣਾ ਕੁੱਟਣਾ ਹੀ ਜਾਣਦੇ ਨੇ ਉਹ ਫਿਰ ਇਸ ਵੈਕਿਊਮ ਦਾ ਫਾਇਦਾ ਉਠਾ ਲੈਣ ਔਰ ਬੇਬਸ ਹੋਏ ਲੋਕ ਜਿਨ੍ਹਾਂ ਨੂੰ ਕੋਈ ਵਿਕਲਪ ਨਾ ਦਿਸੇ ਉਹਨਾਂ ਨਾਲ ਹੀ ਚਲੇ ਜਾਣ। ਉਹਨਾਂ ਨੂੰ ਵੀ ਇੱਕ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਨੌਜਵਾਨਾਂ ਨੂੰ ਵੀ ਅੱਜ ਇੱਕ ਪਲੇਟਫਾਰਮ ਦਿੱਤਾ ਵੀ ਤੁਸੀਂ ਸਿਰਫ ਗਿਲਾ ਨਾ ਕਰਦੇ ਰਹੋ, ਮਿਹਣੇ ਨਾ ਮਾਰਦੇ ਰਹੋ ਦੂਜਿਆਂ ਨੂੰ, ਕੁਝ ਕਰਕੇ ਵੀ ਵਿਖਾਓ। ਜਥੇਬੰਦੀ ਨੂੰ ਇਹਨਾਂ ਨੂੰ ਪਿੰਡ ਪੱਧਰ ਤੇ ਲਿਜਾਇਆ ਜਾਏਗਾ, ਮਤਲਬ ਸਾਰਾ ਢਾਂਚਾ ਜਿਹੜਾ ਬਲਾਕ ਪੱਧਰ ਤੇ, ਪਿੰਡ ਪੱਧਰ ਤੇ, ਜ਼ਿਲ੍ਹੇ ਲੈਵਲ ਤੇ, ਫਿਰ ਸਟੇਟ ਲੈਵਲ ਤੇ, ਫਿਰ ਅਦਰ ਸਟੇਟਸ ਦੇ ਵਿੱਚ ਵੀ ਇਸ ਨੂੰ ਲਿਜਾਇਆ ਜਾਏਗਾ। ਸਾਨੂੰ ਬਾਹਰਲੀਆਂ ਸਟੇਟਾਂ ਦੇ ਕੱਲ੍ਹ ਤੋਂ ਹੀ ਫੋਨ ਆਉਣੇ ਸ਼ੁਰੂ ਹੋ ਗਏ ਵੀ ਰਾਜਸਥਾਨ ਵਾਲੇ, ਯੂਪੀ ਵਾਲੇ, ਉੱਤਰਾਖੰਡ ਵਾਲੇ, ਹਰਿਆਣੇ ਵਾਲੇ ਉਹ ਵੀ ਚਾਹੁੰਦੇ ਨੇ ਕਿ ਨੌਜਵਾਨਾਂ ਨੂੰ ਕੋਈ ਇਸ ਤਰ੍ਹਾਂ ਦੇ ਪਲੇਟਫਾਰਮ 'ਤੇ ਜਥੇਬੰਦ ਕੀਤਾ ਜਾਵੇ। ਤਾਂ ਸਾਡੀ ਕੋਸ਼ਿਸ਼ ਹੋਏਗੀ ਕਿ ਪੰਜਾਬ ਤੋਂ ਬਾਹਰ ਅਸੀਂ ਇਹਨਾਂ ਸਟੇਟਾਂ ਨੂੰ ਵੀ ਜਥੇਬੰਦ ਕਰ ਸਕੀਏ। ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਗੱਲਬਾਤ ਦੇ ਵਿੱਚ ਸਾਹਮਣੇ ਆਇਆ ਕਿ ਜਥੇਬੰਦੀ ਦਾ ਗਠਨ ਇਸ ਕਰਕੇ ਕੀਤਾ ਗਿਆ ਕਿ ਨੌਜਵਾਨਾਂ ਦੀ ਲਾਮਬੰਦੀ ਕੀਤੀ ਜਾਵੇ। ਵੱਡੇ ਦੋਸ਼ ਜਾਂ ਵੱਡੀਆਂ ਗੱਲਾਂ ਵੀ ਆਖ ਦਿੱਤੀਆਂ ਗਈਆਂ ਨੇ ਸੰਯੁਕਤ ਕਿਸਾਨ ਮੋਰਚੇ, ਖਾਸ ਕਰਕੇ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਬਾਰੇ ਕਿ ਉਹਨਾਂ ਦੁਆਰਾ ਨੌਜਵਾਨਾਂ ਨੂੰ ਸ਼ੁਰੂ ਤੋਂ ਮੋਰਚੇ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਉਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਨੌਜਵਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਤੇ ਉਸ ਦੇ ਚਲਦਿਆਂ ਅੱਜ ਇਸ ਜਥੇਬੰਦੀ ਦਾ ਗਠਨ ਬਾਪੂ ਹਰਦੀਪ ਸਿੰਘ ਡਿਬਡਬਾ ਜੀ ਵੱਲੋਂ ਕੀਤਾ ਗਿਆ ਹੈ। ਕੈਮਰਾਮੈਨ ਰਾਜੇਸ਼ ਦੇ ਨਾਲ ਰਾਜਦੀਪ ਕੌਰ, ਚੰਡੀਗੜ੍ਹ।